ਦੋਸਤੋ ਇੱਕ ਵਕਤ ਸੀ ਜਦੋਂ ਸ਼ਰਾਬ ਨੂੰ ਬਹੁਤ ਵੱਡਾ ਨਸ਼ਾ ਮੰਨਿਆ ਜਾਂਦਾ ਸੀ। ਉੱਤੇ ਫਿਲਮਾਂ ਬਣਦੀਆਂ ਸੀ, ਚੁਟਕਲੇ ਬਣਦੇ ਸੀ। ਓ ਮਾਈ गॉड, चुटकुले तो मैंने एक चुटकुला याद आया। एक शराबी डॉक्टर को गया तो कहने लगा, डॉक्टर साहब मेरी शराब छुड़ा दिओ। डॉक्टर ने उन्होंने दवाई दी तो 1 महीने बाद आने नूं कहा। 1 महीने बाद वो शराबी एक होर बंदे नूं नाल लैके गया। डॉक्टर ने पूछा, शराब छड़ दित्ती? कहंदा हाँ जी छड़ दित्ती। कहंदे पक्का छड़ दित्ती? कहंदा हाँ जी छड़ दित्ती, पर जे कोई जोर पावे फिर मैं पी लैना। डॉक्टर ने कहा, अच्छा शाबाश है, ते ये बंदा नाल कौन है? कहंदा ये मैं जोर पाउण लई रखिया। डॉक्टर उत्थे दे उत्थे बेहोश हो गया। ये तो सी मजाक दी गल, पर हुण दोस्तों शराब नूं नशा मंनदे नहीं, क्योंकि होर बड़े सिंथैटिक नशे आ गए ने। अज आपां गलबात करांगे किवें शराब ते इन्हां नशिਆਂ ਤੋਂ छुटकारा पाया जा सकता है। ते इस विषय ते पूरी जानकारी देणगे वरदान आयुर्वैदिक ते हर्बल मैडिसिन प्राइवेट लिमिटेड दे MD मिस्टर सुभाष गोयल। आओ गलबात करते हैं। सत श्री अकाल गोयल साहब। सत श्री अकाल मैडम। सारे दर्शक जिन्ने भी अपने अज प्रोग्राम च हाजिर ने देख रहे हैं, सारिਆਂ ਨੂੰ मेरे ਵੱਲੋਂ बहुत ही निघी, बहुत ही प्यार भरी, बहुत ही सत्कार भरी सत श्री अकाल जी। सत श्री अकाल गोयल साहब। मैं ना अज तुहाडे नाल एक बहुत ही खास विषय ते गल करन आई हां जी। जिवें कि तुसीं जानते हो कि अजकल शराब नूं नशा ही नहीं मनते, पर शराब एक ऐसा नशा है जिन्हें घरां दे घर तबाह कर दित्ते। तुहाडे कोल तां बहुत सारे लोग आंदे होने हैं, तुहाडे नाल उन्हां दा राबता भी पैंदा है। ते मैनूं ये दसो कि शराब पीण दी शुरुआत किवें हुंदी है ते उस तों छुटकारा किवें पाया जा सकदा है? बिल्कुल मैडम, तुहाडा जिहड़ा सवाल है ये वाजिब है। एक बड़ी चीज़ मैं तुहानूं दस्सण जा रहा कि शराब पीण दी शुरुआत कित्थों हुंदी है जी। शुरुआत हुंदी है यंग एज दे विच, जदों एक ना मैट्रिक दा टाइम हुंदा कि आपां मैट्रिक दे पेपर दे दित्ते, बच्चे 2-3-4 महीने लई फ्री हो गए जी। जिन्हां दे संस्कार ते बहुत गुड हुंदे आ, ਉਹ ਬੱਚੇ ਕੰਮਾਂ ਕਾਰਾਂ 'ਚ ਲੱਗ ਜਾਂਦੇ ਆ, 2-3 ਮਹੀਨੇ ਕੋਈ ਨਾ ਕੋਈ ਕੰਮ ਸਿੱਖ ਲੈਂਦੇ ਆ। ਤੇ ਕਈ ਬੱਚੇ ਹੁੰਦੇ ਆ ਜਿਹੜੇ ਉਹ ਥੋੜਾ ਜਿਹਾ ਵਿਹਲੇ ਹੋ ਜਾਂਦੇ ਆ, ਉਹਨਾਂ ਨੂੰ ਹੁੰਦਾ ਹੁਣ ਅਸੀਂ ਫਰੀ ਆ ਜਦ ਤੱਕ ਰਿਜ਼ਲਟ ਨਹੀਂ ਆਉਂਦਾ। ਹਾਂਜੀ, ਉਹ ਇੱਕ ਪੀਰੀਅਡ ਹੁੰਦਾ। ਹਾਂ, ਉਦੋਂ ਫਿਰ ਉਹ ਕਈ ਵਾਰੀ ਕਈ ਫਾਦਰ ਕਹਿ ਦਿੰਦੇ ਲੈ ਪੁੱਤ ਫੜ ਕੇ ਪਊਗਾ ਉਹਨੂੰ। ਮਤਲਬ ਜੇ ਹੁਣ ਤੁਸੀਂ ਬੱਚੇ ਨੂੰ ਗੁਰਦੁਆਰੇ ਭੇਜੋਗੇ, ਬੱਚੇ ਨੂੰ ਮੰਦਰ ਭੇਜੋਗੇ, ਬੱਚੇ ਨੂੰ ਜਿੱਧਰ ਵੀ ਭੇਜੋਗੇ ਉਹਦੀ ਉਹੋ ਜਿਹੀ ਨੇਚਰ ਬਣੂਗੀ। ਤੇ ਜੇ ਉਹਨੂੰ ਤੁਸੀਂ ਪਊਆ ਲੈਣ ਭੇਜੋਗੇ ਇਟ ਮੀਨਸ ਉਹਦਾ ਠੇਕੇ ਵੱਲ ਨੂੰ ਰਾਹ ਖੁੱਲ੍ਹ ਗਿਆ ਜੀ। ਉਹ ਮਤਲਬ ਉਹਦੇ ਲਈ ਜਾਣਾ ਸੌਖਾ ਹੋ ਗਿਆ। ਤਾਂ ਉੱਥੇ ਜਾ ਕੇ ਉਹ ਫਿਰ ਹੌਲੀ ਹੌਲੀ ਉਹ ਦੇਖਦਾ ਵੀ ਬਾਪੂ ਰੋਜ਼ ਮੰਗਾਉਂਦਾ ਇਹੋ ਜਿਹਾ 'ਚ ਕੀ ਆ। ਫਿਰ ਉਹ ਕਦੇ ਉਹਦੇ ਬਾਅਦ 'ਚੋਂ ਚੋਰੀ ਛੁਪੇ 'ਚੋਂ ਕੱਢ ਕੇ ਭੋਰਾ ਕੁ ਪੀ ਲੈਂਦਾ। ਫਿਰ ਉਹ 'ਚ ਓਨਾ ਕੁ ਪਾਣੀ ਪਾ ਕੇ ਰੱਖ ਵੀ ਦਿੰਦਾ ਵੀ ਪਤਾ ਨਾ ਲੱਗ ਜੇ ਬਾਪੂ ਨੂੰ, ਹੈ ਨਾ। ਤੇ ਉਹ ਹੌਲੀ ਹੌਲੀ ਐਸਾ ਸ਼ੁਰੂ ਹੁੰਦਾ ਹੈ। ਇੱਕ ਦਿਨ ਫਿਰ ਉਹ ਬਾਪੂ ਨੂੰ ਕਹਿਣ ਲੱਗ ਜਾਂਦਾ, ਮਾੜਾ ਜਿਹਾ ਹਿੰਟ ਦੇਣ ਲੱਗ ਜਾਂਦਾ। ਫਿਰ ਬਾਪੂ ਵੀ ਗਲਾਸ ਭਰ ਕੇ ਦੇ ਦਿੰਦਾ ਵੀ ਲੈ ਪੁੱਤ ਲਾ ਲੈ। ਪਤਾ ਉਦੋਂ ਲੱਗਦਾ ਹੈ ਜਦੋਂ ਇੱਕ ਮੱਖੀ ਸ਼ਹਿਦ ਵਿੱਚ ਆਪਣੇ ਪੰਖ ਲਬੇੜ ਬੈਠਦੀ ਹੈ। ਬਹੁਤ ਲੋਕਾਂ ਨੇ ਇਹ ਕਹਾਣੀ ਸੁਣੀ ਹੈ ਵੀ ਜਦੋਂ ਪੰਖ ਪਹਿਲਾਂ ਤੁਹਾਨੂੰ ਬੜਾ ਸ਼ਹਿਦ ਮਿੱਠਾ ਜਿਹਾ ਲੱਗਦਾ, ਖਾਈ ਜਾਂਦੀ ਪਤਾ ਉਹਨੂੰ ਉਦੋਂ ਲੱਗਦਾ ਜਦ ਪੰਖ ਲਿਬੜ ਜਾਂਦੇ ਨੇ। ਫਿਰ ਮੌਤ ਉਹਦਾ ਖਹਿੜਾ ਛਡਾਉਂਦੀ ਹੈ ਸ਼ਹਿਦ ਤੋਂ, ਉਹ ਤੋਂ ਉੱਡਿਆ ਨਹੀਂ ਜਾਂਦਾ। ਬਿਲਕੁਲ ਸਹੀ। ਉਹੀ ਹਾਲ ਉਹ ਬੱਚੇ ਦਾ ਹੋ ਜਾਂਦਾ ਕਿ ਹੌਲੀ ਹੌਲੀ ਕੀ ਆ ਕਿ ਪਹਿਲਾਂ ਉਹ ਸ਼ਰਾਬ ਜਿਹੜੀ ਆ ਉਹਦੇ ਲੀਵਰ ਤੇ ਇਫੈਕਟ ਕਰਦੀ ਆ, ਫਿਰ ਉਹਦੇ ਕੋਮਲ ਬ੍ਰੇਨ ਤੇ ਇਫੈਕਟ ਕਰਦੀ ਆ। ਫਿਰ ਇੱਕ ਬ੍ਰੇਨ ਦੇ ਅੰਦਰ ਹਾਰਮੋਨ ਹੈ ਸੈਰੋਟੋਨਿਨ ਹਾਰਮੋਨ। ਮੈਡਮ ਕਦੀ ਗੂਗਲ ਸਰਚ ਕਰਕੇ ਦੇਖਿਓ, ਸੈਰੋਟੋਨਿਨ ਹਾਰਮੋਨ ਜਿਹੜਾ ਹੈਗਾ ਉਹ ਤੁਹਾਡੇ ਸਰੀਰ ਦਾ ਕਹਿ ਲਓ ਕਿ ਪਾਇਲਟ ਹੈ, ਜਿੱਦਾਂ ਜਹਾਜ਼ ਦਾ ਪਾਇਲਟ ਹੈ ਉਹ ਤੁਹਾਡੀ ਬਾਡੀ ਦਾ। ਉਹ ਅਗਰ ਤੁਹਾਨੂੰ ਕਹੇਗਾ ਤੁਸੀਂ ਸੁਭਾਸ਼ ਗੋਇਲ ਨਾਲ ਗੱਲ ਕਰਨੀ ਹੈ, ਤੁਸੀਂ ਸੁਭਾਸ਼ ਗੋਇਲ ਨਾਲ ਕਰੋਗੇ। ਉਹ ਕਹੇਗਾ ਤੁਸੀਂ ਰੱਬ ਨਾਲ ਗੱਲ ਕਰਨੀ ਹੈ, ਤੁਸੀਂ ਰੱਬ ਨਾਲ ਗੱਲ ਕਰੋਗੇ। ਜੋ ਉਹਨੇ ਤੁਹਾਨੂੰ ਕਹਿਣਾ ਤੁਹਾਡਾ ਉਹ ਆ ਮੇਰੇ ਹੱਥ ਹਿੱਲ ਰਹੇ ਆ, ਪੈਰ ਹਿੱਲਦੇ, ਉਹਦਾ ਵਰਕ ਹੈ। ਤੇ ਉਹਨੂੰ ਇਹ ਸ਼ਰਾਬ ਜਿਹੜੀ ਆ ਡੈਮੇਜ ਕਰ ਦਿੰਦੀ ਹੈ। ਉਹ ਫਿਰ ਇਨਸਾਨ ਰੋਜ਼ ਸਵੇਰੇ ਉੱਠ ਕੇ ਕਹਿੰਦਾ ਹੈ ਵੀ ਅੱਜ ਨਹੀਂ ਪੀਣੀ, ਕੁਛ ਹੋ ਜਾਏ। ਰੋਜ਼ ਕਹਿੰਦਾ ਉਹ ਬਾਥਰੂਮ 'ਚ ਬੈਠਾ, ਜਦੋਂ ਇਕੱਲਾ ਬੈਠਾ ਹੁੰਦਾ ਉਹ ਕਹਿੰਦਾ ਅੱਜ ਨਹੀਂ ਪੀਣੀ, ਕੁਛ ਹੋ ਜਾਏ। ਅਤੇ ਜਿਉਂ ਫਿਰ ਉਹ ਥੋੜ੍ਹਾ ਜਿਹਾ ਦਹੀਂ ਖਾ ਲੈਂਦਾ, ਥੋੜ੍ਹਾ ਜਿਹਾ ਹੋਰ ਮਾੜੀ ਮੋਟੀ ਡਾਈਟ ਹੋ ਜਾਂਦੀ ਹੈ। ਜਦੋਂ 4 ਕੁ ਵੱਜਦੇ ਆ ਫਿਰ ਉਹ ਕਮਿਟਮੈਂਟ ਤਾਂ ਖੁਦ ਨਾਲ ਕੀਤੀ ਹੋਈ ਆ। ਫਿਰ ਉਹ ਕਹਿੰਦਾ ਅੱਜ ਇੰਨਾ ਕੁ ਲਾਉਂਦੇ ਆ, ਸਰੀਰ ਥੋੜ੍ਹਾ ਜਿਹਾ ਸੈੱਟ ਜਿਹਾ ਹੋ ਜੂ, ਅੱਜ ਇੰਨੀ ਕੁ ਲਾ ਕੇ ਸਾਰ ਲਾਂਗੇ। ਉਹ ਜਦੋਂ ਫਿਰ ਇੰਨੀ ਕੁ ਲਾਉਂਦਾ ਫਿਰ ਉਹ ਥੋੜ੍ਹੀ ਜਿਹੀ ਹੋਰ ਜੀਅ ਕਰਦਾ ਵੀ ਚੱਲ ਇੱਕ ਪੈਗ ਹੋਰ ਲਾ ਲੈਂਦੇ ਹਾਂ। ਕਮਿਟਮੈਂਟ ਤਾਂ ਖੁਦ ਨਾਲ ਹੀ ਕੀਤੀ ਹੈ, ਜਵਾਬ ਤਾਂ ਕਿਸੇ ਨੂੰ ਦੇਣਾ ਨਹੀਂ। ਬਿਲਕੁਲ। ਤੇ 2 ਹੋ ਗਏ। ਜਦੋਂ ਤੀਜਾ ਪੈਗ ਹੋ ਗਿਆ ਫਿਰ ਉਹ ਨਾ ਆਪਣੇ ਆਪ ਦਾ ਨਾ ਆਪਣੇ ਬਾਪ ਦਾ, ਫਿਰ ਵਿਗੜ ਗਿਆ। ਉਹ ਡੇਲੀ ਪ੍ਰੋਸੈਸ ਇਹ ਚੱਲਦਾ 20-25 ਸਾਲ ਚੱਲ ਜਾਂਦਾ
ਜੀ ਜੀ ਜਦੋਂ ਫਿਰ ਪਰਿਵਾਰ ਨੂੰ ਫਿਕਰ ਪੈਂਦਾ ਹੈ ਵੀ ਇਹਦੀ ਹੁਣ ਸ਼ਰਾਬ ਛਡਾਈਏ, ਜਦੋਂ ਘਰ ਵਾਲੀ ਨੂੰ ਖੁਦ ਠੇਕੇ ਤੋਂ ਜਾ ਕੇ ਲਿਆ ਕੇ ਉਹਨੂੰ ਦੇਣੀ ਪੈਂਦੀ ਹੈ ਵੀ ਕਿਤੇ ਇਹ ਮਰ ਨਾ ਜਾਵੇ। ਉਹ ਕਿਉਂਕਿ ਸ਼ਰਾਬ ਨੇ ਉਹਨੂੰ ਅੰਦਰੋਂ ਉਹਦੇ ਐਂ ਹੱਥ ਹਿੱਲਦੇ ਨੇ, ਕੋਈ ਗਲਾਸ ਨਹੀਂ ਚੱਕ ਸਕਦਾ। ਇਹ ਮੈਂ ਉਹਨਾਂ ਦੀ ਗੱਲ ਕਰਦਾ, ਇਹਨਾਂ ਦੀ ਬੱਤਰ ਹੋ ਜਾਂਦੀ ਹੈ। ਕਈ ਮੇਰੇ ਕੋਲੇ ਨੌਜਵਾਨ ਆਉਂਦੇ ਆ, ਕਹਿਣਗੇ ਲੈ ਸਾਡੇ ਪਿੰਡ ਜੀ ਫਲਾਣਾ ਤਾਇਆ, ਉਹਨੂੰ ਸਾਰੀ ਉਮਰ ਬੀਤ ਗਈ ਦਾਰੂ ਪੀਂਦੇ ਨੂੰ, ਲਾਲ ਪਿਆ ਟਮਾਟਰ ਵਰਗਾ, ਪਰ ਉਹਨੂੰ ਅੰਦਰੋਂ ਦੇਖੋ। ਫਾਦਰ ਵੀ ਡਾਕਟਰ ਸਾਹਿਬ ਮਤਲਬ ਪੂਰੀ ਉਮਰ ਹੀ ਮਤਲਬ ਐਦਾਂ ਮੇਰੇ ਖਿਆਲ 2 ਪੈਗ ਤੋਂ 3 ਪੈਗ ਉਹ ਰੋਜ਼ ਹੀ ਲਾਉਂਦੇ ਰਹੇ ਜਦ ਤੱਕ ਵੀ ਉਹ ਰਹੇ, ਔਰ ਉਹਨਾਂ ਦੀ ਸਿਹਤ ਵੀ ਅੱਛੀ ਰਹੀ। ਇਹ ਜਿਹੜੀ ਸਿਸਟਮ ਹੈ ਨਾ ਜੀ, ਦੇਖੋ ਇੱਥੇ ਮੈਂ ਤੁਹਾਡੇ ਨਾਲ ਸਹਿਮਤ ਹਾਂ, ਐਗਰੀ ਕਰਦਾ। ਜਿਹੜਾ 30 ml ਹੈ 60 ml ਆ ਉਹ ਠੀਕ ਹੈ, ਇੱਥੇ ਤੱਕ ਲੋਕ ਜੇ ਲੈਂਦੇ ਆ ਤਾਂ ਦੇਖੋ ਸਰਕਾਰਾਂ ਵੀ ਚਲਾਉਣੀਆਂ ਨੇ, ਉਹਨਾਂ ਦੇ ਬਜਟ ਵੀ ਇਹਦੇ ਤੇ ਖੜੇ ਆ, ਮਤਲਬ ਹਰ ਮੋੜ ਤੇ ਠੇਕਾ ਹੈ, ਉਹਨਾਂ ਦੇ ਵੀ ਬੱਚੇ ਨੇ ਠੇਕੇ ਵਾਲਿਆਂ ਦੇ ਵੀ। ਅਸੀਂ ਇਹ ਨਹੀਂ ਕਹਿੰਦੇ ਵੀ ਇਹਨੂੰ ਮਤਲਬ ਬਿਲਕੁਲ ਹੀ ਕੁਛ, ਮਤਲਬ ਇਹ ਜ਼ਰੂਰ ਹੈ ਕਿ ਜਦੋਂ ਕੋਈ ਵੀ ਚੀਜ਼ ਬਦਤਰ ਹੋ ਜੇ ਤਾਂ ਉਹਦਾ ਨੁਕਸਾਨ ਜਿਹੜਾ ਹੈਗਾ ਉਹ ਤੁਹਾਡੇ ਆਪਣੇ ਸਰੀਰ ਨੂੰ ਹੈ, ਫਿਰ ਤੁਹਾਡੇ ਪਰਿਵਾਰ ਨੂੰ ਹੈ, ਫਿਰ ਤੁਹਾਡੇ ਆਸ ਪੜੋਸ ਨੂੰ ਵੀ ਹੈ, ਫਿਰ ਤੁਹਾਡੇ ਬੱਚਿਆਂ ਨੂੰ ਵੀ ਹੈ। ਕਈ ਤਾਂ ਐਦਾਂ ਆਉਂਦੇ ਨੇ ਮੈਡਮ ਮੇਰੇ ਕੋਲੇ ਨਸ਼ਾ ਛੱਡਣ ਕਿ ਮੇਰੀ ਪੋਤੀ ਦਾ ਰਿਸ਼ਤਾ ਨਹੀਂ ਹੋ ਰਿਹਾ ਗੋਇਲ ਸਾਹਿਬ, ਉਹਨਾਂ ਨੂੰ ਮੈਂ ਕਈ ਵਾਰੀ ਉਹ ਕਹਿਣਗੇ ਨਾ ਮੈਂ ਨਸ਼ਾ ਛੱਡਣਾ, ਮੈਂ ਕਹੂੰਗਾ ਕਿੰਨੀ ਉਮਰ ਹੋ ਗਈ? ਉਹ ਕਹੂਗਾ ਮੇਰੀ ਉਮਰ ਹੋ ਗਈ ਜੀ 72 ਸਾਲ ਦੀ। ਮੈਂ ਕਹਿੰਦਾ ਹੁਣ ਕੀ ਲੋੜ ਪਈ ਹੈ, ਸਾਰੀ ਉਮਰ ਤੂੰ ਹੈ ਨਾ ਕੀਤਾ ਤੇ ਹੁਣ ਕਾਹਦੇ ਲਈ? ਗੋਇਲ ਸਾਹਿਬ ਫਿਰ ਉਹ ਰੋ ਪੈਂਦੇ ਆ ਵੀ ਗੋਇਲ ਸਾਹਿਬ ਮਤਲਬ ਹੁਣ ਨਾ ਮੇਰੀ ਪੋਤੀ ਦਾ ਰਿਸ਼ਤਾ ਨਹੀਂ ਚੱਲ ਰਿਹਾ, ਵੀ ਇਹਨਾਂ ਦਾ ਬਜ਼ੁਰਗ ਖਾਂਦਾ ਪੀਂਦਾ ਸਾਡਾ, ਜਦੋਂ ਮੁੰਡਾ ਇਹਨਾਂ ਦੇ ਘਰੇ ਜਾਊਗਾ ਜਮਾਈ ਬਣ ਕੇ ਤਾਂ ਉਹ ਵੀ ਇਸੇ ਕੰਮ 'ਚ ਪੈ ਜਾਊਗਾ। ਮਤਲਬ ਕਹਿੰਦਾ ਹੁਣ ਮੈਨੂੰ ਉਸ ਕਰਕੇ ਅੱਕ ਚੱਬਣਾ ਪੈ ਰਿਹਾ। ਇੱਦਾਂ ਦੀਆਂ ਗੱਲਾਂ ਮਤਲਬ ਮੇਰੇ ਕੋਲ ਬਹੁਤ ਸਟੋਰੀਆਂ ਆਉਂਦੀਆਂ ਨੇ। ਤਾਂ ਇਸ ਕਰਕੇ ਜਿਹੜੇ ਲੋਕੀ ਨਸ਼ੇ ਕਰਦੇ ਆ ਉਹਨਾਂ ਲਈ ਮੈਂ ਜ਼ਰੂਰ ਕਹਿਣਾ ਹੁੰਦਾ ਕਿ ਜਿਹੜੇ ਸਾਡੇ ਵੈਦ ਜੀ ਨੇ ਦਵਾਈਆਂ ਕੁਛ ਬਣਾਈਆਂ ਨੇ ਉਹ ਵਾਕਈ ਉਹਨਾਂ ਲਈ ਵਰਦਾਨ ਨੇ। ਔਰ ਜਿਹੜਾ ਸਾਡੀ ਸੰਸਥਾ ਦਾ ਨਾਮ ਵਰਦਾਨ ਆਯੁਰਵੈਦਿਕ ਪਿਆ ਹੈ ਜੀ, ਇਹ 2007 ਦੀ ਗੱਲ ਹੈ ਮੈਡਮ। ਉਸ ਟਾਈਮ ਅਸੀਂ ਲੋਕਾਂ ਨੂੰ ਇੰਨੀ ਕੁ ਜ਼ੋਰ ਦੇ ਕੇ ਇਹ ਸਪੀਚ ਦਿੱਤੀਆਂ ਸੀਗੀਆਂ ਕਿ ਲੋਕਾਂ ਨੇ ਬਹੁਤ ਸ਼ਰਾਬ ਛੱਡਣ ਦੇ ਵਿੱਚ ਸਹਿਯੋਗ ਕੀਤਾ ਔਰ ਸ਼ਰਾਬ ਛੱਡੀ ਵੀ। ਤਾਂ ਫਿਰ ਕਈ ਮਾਤਾ ਭੈਣਾਂ ਨੇ ਸਾਨੂੰ ਕਿਹਾ ਵੀ ਗੋਇਲ ਸਾਹਿਬ ਇਹ ਤੁਹਾਡੀ ਦਵਾਈ ਸੱਚਮੁੱਚ ਸਾਡੇ ਪਰਿਵਾਰ ਲਈ ਤਾਂ ਵਰਦਾਨ ਹੀ ਸਾਬਤ ਹੋਈ ਹੈ। ਤਾਂ ਫਿਰ ਮੈਂ ਉਦੋਂ ਬਾਅਦ ਇਹਦਾ ਨਾਮ ਵਰਦਾਨ ਆਯੁਰਵੈਦਿਕ ਸੰਸਥਾਨ ਹੀ ਰੱਖਤਾ ਸੀਗਾ। ਨਹੀਂ, ਬਹੁਤ ਹੀ ਸੋਹਣਾ ਨਾਮ ਹੈ ਜੀ, ਔਰ ਤੁਹਾਡੀ ਸੰਸਥਾ ਡੈਫੀਨੇਟਲੀ ਵਰਦਾਨ ਹੈ ਲੋਕਾਂ ਲਈ। ਔਰ ਹਰ ਜੋ ਵੀ ਉਹਨਾਂ ਨੂੰ ਬਿਮਾਰੀਆਂ ਹੈ ਜਾਂ ਕੁਛ, ਅੱਜ ਤਾਂ ਮੈਂ ਤੁਹਾਨੂੰ ਪਹਿਲੀ ਵਾਰ ਮਿਲ ਰਹੀ ਹਾਂ ਗੁਲ ਸਾਹਿਬ, ਪਰ ਤੁਹਾਨੂੰ ਮਿਲ ਕੇ ਇੰਨਾ ਅੱਛਾ ਲੱਗਾ। ਤੁਸੀਂ ਇਨਸਾਨ ਤਾਂ ਅੱਛੇ ਹੋ ਹੀ, ਔਰ ਇੰਨੇ ਇੰਟੈਲੀਜੈਂਟ ਹੋ, ਔਰ ਤੁਸੀਂ ਆਯੁਰਵੈਦਿਕ ਦਵਾਈਆਂ ਨਾਲ ਹੀ ਲੋਕਾਂ ਨੂੰ ਠੀਕ ਕਰਦੇ ਹੋ ਜਿਹਦਾ ਕਿ ਕੋਈ ਸਾਈਡ ਇਫੈਕਟ ਨਹੀਂ ਹੈ। ਅਦਰਵਾਈਜ਼ ਦੂਸਰੀ ਵਾਲੀ ਤਾਂ ਕੋਈ ਵੀ ਦਵਾਈ ਮੇਰਾ ਖਿਆਲ ਹੈ ਕਿ ਇੱਕ ਚੀਜ਼ ਠੀਕ ਕਰਦੀ ਹੈ, ਜੇ ਸਿਰ ਦਰਦ ਦੀ ਦਵਾਈ ਹੋਵੇ, ਸਿਰ ਦਰਦ ਦੀ ਤੁਸੀਂ ਖਾ ਲਓ ਤਾਂ ਤੁਹਾਡਾ ਕੁਛ ਹੋਰ ਚੀਜ਼ ਪ੍ਰੋਬਲਮ ਆ ਜਾਂਦੀ ਹੈ, ਜੇ ਤੁਸੀਂ ਹੋਰ ਚੀਜ਼ ਦੀ ਖਾ ਲਓ ਤੇ ਕੁਛ ਹੋਰ ਹੋ ਜਾਂਦਾ ਹੈ। ਪਰ ਆਯੁਰਵੈਦਿਕ ਦਵਾਈਆਂ ਜਿਹੜੀਆਂ ਕਿ ਜੜੀ ਬੂਟੀਆਂ ਨਾਲ ਤੁਸੀਂ ਬਣਾਉਂਦੇ ਹੋ ਉਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ, ਔਰ ਤੁਸੀਂ ਇੰਨੀ ਰਿਸਰਚ ਕੀਤੀ ਹੈ ਉਹਦੇ ਬਾਰੇ, ਮਤਲਬ ਮੈਂ ਫੈਨ ਹੋ ਗਈ ਤੁਹਾਡੀ। ਤੇ ਬਾਕੀ ਤੁਸੀਂ ਜਿਵੇਂ ਕਿ ਕਿਹਾ ਕਿ ਸ਼ਰਾਬ ਦੀ ਸ਼ੁਰੂਆਤ ਤਕਰੀਬਨ ਘਰੋਂ ਹੀ ਹੁੰਦੀ ਹੈ, ਆਪਣੇ ਫਾਦਰ ਤੋਂ ਜਾਂ ਆਪਣੇ ਵੱਡੇ ਭਰਾ ਤੋਂ, ਜਾਂ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜਾਓ ਜਾ ਕੇ ਲੈ ਕੇ ਆਓ, ਔਰ ਫਿਰ ਉਹੀ ਹੋ ਜਾਂਦਾ ਹੈ ਕਿ ਮੱਖੀ ਨੇ ਜਿਹੜੇ ਸ਼ਹਿਰ 'ਚ ਆਪਣੇ ਪਰ ਡੁਬੋਤੇ, ਔਰ ਉਸ ਤੋਂ ਬਾਅਦ ਫਿਰ ਤਾਂ ਖਤਮ ਹੀ ਹੈ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਪੇਰੈਂਟਸ ਨੂੰ ਵੀ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਘਰ ਤੋਂ ਹੀ ਉਹਨਾਂ ਨੂੰ, ਬੱਚਿਆਂ ਨੂੰ ਇਹੋ ਜਿਹੇ ਸੰਸਕਾਰ ਮਿਲਣ ਕਿ ਉਹ ਸ਼ੁਰੂਆਤ ਹੀ ਨਾ ਕਰਨ। ਤੇ ਹੋਰ ਵੀ ਗੁਲ ਸਾਹਿਬ ਅੱਜ ਕੱਲ੍ਹ ਬਹੁਤ ਸਾਰੇ ਨਸ਼ੇ ਹੈ ਜਿਹੜੇ ਸਿੰਥੈਟਿਕ ਨਸ਼ੇ ਨੇ। ਸ਼ਰਾਬ ਤਾਂ ਹੁਣ ਬਹੁਤ ਛੋਟਾ ਨਸ਼ਾ ਰਹਿ ਗਈ, ਉਹਦੇ ਇਲਾਵਾ ਬਹੁਤ ਸਾਰੇ ਨਸ਼ੇ ਆ ਗਏ ਨੇ ਤੇ ਉਹ ਵੀ ਲੋਕ ਤੁਹਾਨੂੰ ਮਿਲਣ ਆਉਂਦੇ ਹੋਣਗੇ। ਤੇ ਤੁਸੀਂ ਕਿਵੇਂ ਉਹਨਾਂ ਨੂੰ ਕਨਵਿੰਸ ਕਰਦੇ ਹੋ ਛੁਡਾਉਣ ਲਈ, ਜਾਂ ਕਿਹੜੀਆਂ ਦਵਾਈਆਂ ਤੁਸੀਂ ਜਿਹੜੀਆਂ ਦਿੰਦੇ ਹੋ ਕਿ ਉਹਨਾਂ ਦਾ ਮਨ ਨਾ ਕਰੇ ਉਹ ਨਸ਼ਾ ਕਰਨ ਲਈ? ਦੇਖੋ ਅੱਜ ਕੱਲ੍ਹ ਨਾ ਇੱਕ ਚੀਜ਼ ਹੋਰ ਮੈਂ ਤੁਹਾਨੂੰ ਮੈਡਮ ਦੱਸਦਾ ਜੀ ਕਿ ਮੈਂ ਲਗਭਗ ਕਹਿ ਲਓ ਕਿ ਅੱਜ 30 ਸਾਲ ਹੋ ਗਏ, ਅੱਜ ਸਨ ਆਪਾਂ 2023 'ਚ ਬੈਠੇ ਹਾਂ ਗੱਲ ਕਰਦੇ ਹਾਂ, ਅਤੇ 1992 ਤੋਂ ਅਸੀਂ ਇਹ ਕੰਮ ਸ਼ੁਰੂ ਕਰਿਆ ਸੀ। ਜਾ ਕੇ ਅਸੀਂ ਨਵੰਬਰ 2005 ਦੇ ਵਿੱਚ ਕਾਮਯਾਬ ਹੋਏ ਸੀਗੇ ਕਿਸੇ ਨੂੰ ਮਤਲਬ ਬਿਨਾਂ ਤੋੜ, ਬਿਨਾਂ ਤਕਲੀਫ ਔਰ ਬਿਨਾਂ ਦਾਖਲ ਕੀਏ ਨਸ਼ਾ ਛਡਾਉਣ ਦੇ ਵਿੱਚ ਜਦੋਂ ਅਸੀਂ ਕਾਮਯਾਬ ਹੋਏ ਤਾਂ ਉਸ ਟਾਈਮ ਫਿਰ ਅਸੀਂ ਬਹੁਤ ਖੁੱਲ੍ਹ ਕੇ ਇਹਦਾ ਮੈਡੀਸਨ ਦਾ ਪ੍ਰਚਾਰ ਕੀਤਾ। ਔਰ ਇਹ ਪਿਓਰ ਆਯੁਰਵੈਦਿਕ ਮੈਡੀਸਨ ਹੈ। ਕੋਈ ਇਨਸਾਨ ਮੰਨ ਲਓ ਅਫੀਮ ਖਾਂਦਾ, ਸਮੈਕ ਲੈਂਦਾ, ਚਿੱਟੇ ਦਾ ਨਸ਼ਾ ਕਰਦਾ ਜਾਂ ਹੋਰ ਕੋਈ ਵੀ ਨਸ਼ਾ ਕਰਦਾ, ਇਹ ਇੱਕ ਵੱਡੀ ਗੱਲ ਹੈ ਕਿ ਜਿਹੜੀਆਂ ਅਸੀਂ ਟ੍ਰੀਟਮੈਂਟ ਦਿੰਦੇ ਹਾਂ ਉਹ ਕਿ ਬਹੁਤ ਦੂਰ ਦੀ ਗੱਲ ਹੈ। ਪਰ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਹੁੰਦਾ ਸਾਰਿਆਂ ਨੂੰ ਕਿ ਜੇ ਕੋਈ ਇਨਸਾਨ ਨਸ਼ਾ ਕਰਦਾ, ਸਭ ਤੋਂ ਪਹਿਲੀ ਚੀਜ਼ ਕਿ ਉਹ ਛੱਡਣਾ ਚਾਹੁੰਦਾ ਹੈ।
ਰੋਜ਼ ਕੀ ਹਮੇਸ਼ਾ ਉਹ ਦੁਖੀ ਹੈ ਨਸ਼ੇ ਤੋਂ, ਕਿਉਂਕਿ ਜਿਹੜੀ ਉਹਨੇ ਪਹਿਲੇ ਦਿਨ ਅਫੀਮ ਖਾਈ ਸੀ, ਇੰਨੀ ਕੁ ਖਾਈ ਉਹਨੇ ਕਣਕ ਦੇ ਦਾਣੇ ਜਿੰਨੀ, ਉਹਨੂੰ ਬੜਾ ਹੀ ਆਨੰਦ ਆਇਆ। ਉਹਨੂੰ ਲੱਗਿਆ ਸਾਰਾ ਪਿੰਡ ਮਿੱਤਰਾਂ ਦਾ, ਮੈਂ ਤੇ ਐਵੇਂ ਹੀ ਉਹਲੇ 'ਚ ਰਿਹਾ, ਮੈਨੂੰ ਤੇ ਪਤਾ ਹੀ ਕੁਛ ਨਹੀਂ ਸੀ। ਉਹ ਜਦੋਂ 5-4 ਦਿਨ ਖਾਈ, 10 ਦਿਨ ਖਾਈ, 20 ਦਿਨ ਖਾਈ, ਤਾਂ ਫਿਰ ਉਹਦੀ ਜੇਬ ਹਿੱਲਣ ਲੱਗੀ। ਜੇਬ ਹਿੱਲਣ ਲੱਗਦੀ, 2 ਕੁ ਮਹੀਨੇ ਨਿਕਲ ਗਏ, ਫਿਰ ਘਰ ਦਾ ਵੀ ਸਮਾਨ ਹਿੱਲਣ ਲੱਗਾ। ਤੇ ਫਿਰ ਉਹਨੂੰ ਫਿਕਰ ਪਿਆ ਵੀ ਆਹ ਕੀ ਹੋ ਗਿਆ, ਮੈਂ ਤੇ ਫਸ ਗਿਆ। ਤੇ ਫਿਰ ਉਹ ਛੱਡਣ ਤੁਰਦਾ, ਔਰ ਡੇਲੀ ਉਹਨੂੰ ਫਿਰ ਉਹ ਨਸ਼ਾ ਨਹੀਂ ਹੁੰਦਾ ਉਸ ਚੀਜ਼ ਦਾ, ਉਹ ਨਸ਼ੇ ਦੀ ਜਗ੍ਹਾ ਉਹਨੂੰ ਬਾਡੀ ਨੂੰ ਚਲਾਉਣ ਵਾਸਤੇ ਜਿਵੇਂ ਗੱਡੀ 'ਚ ਤੇਲ ਪੈਂਦਾ, ਉਵੇਂ ਉਹਨੂੰ ਥੋੜ੍ਹਾ ਜਿਹਾ ਖਾ ਕੇ ਤੁਰਨਾ ਪੈਂਦਾ ਵੀ ਮੈਂ ਕਿੱਧਰ ਜਾਵਾਂ ਤੇ ਕੀ ਕਰਾਂ। ਤੇ ਉਹ ਡੇਲੀ ਉਹਦਾ ਉਹ ਪ੍ਰੋਸੈਸ ਚੱਲਦਾ ਰਹਿੰਦਾ। ਫਿਰ ਉਹ ਨਸ਼ਾ ਜਦੋਂ ਛੱਡਣ ਦੀ ਕੋਸ਼ਿਸ਼ ਕਰਦਾ ਤਾਂ ਉਹ ਜਿੱਥੇ ਵੀ ਜਾਂਦਾ ਨਸ਼ਾ ਛੱਡਣ, ਉਹਨੂੰ ਰਾਹ ਹੀ ਨਹੀਂ ਮਿਲਦਾ। ਕੋਈ ਉਹਨੂੰ ਆਪਣੀਆਂ ਪੁੜੀਆਂ 'ਤੇ ਲਾ ਲੈਂਦਾ, ਕੋਈ ਗੋਲੀਆਂ 'ਤੇ ਲਾ ਲੈਂਦਾ, ਕੋਈ ਜੀਭ ਥੱਲੇ ਰੱਖਣ ਵਾਲੀ ਅੱਜ ਕੱਲ੍ਹ ਗੋਲੀ, ਫਿਰ ਉਹ ਨਹੀਂ ਛੁੱਟਦੀ, ਫਿਰ ਹੋਰ ਬਹੁਤ ਦਵਾਈਆਂ 'ਤੇ ਲਾ ਲੈਂਦੇ ਆ। ਤਾਂ ਇਸ ਕਰਕੇ ਉਹ ਫਿਰ ਅਸਮਾਨੋਂ ਗਿਰਿਆ ਤੇ ਖਜੂਰ 'ਚ ਫਸਿਆ ਵਾਲੀ ਗੱਲ ਹੋ ਜਾਂਦੀ ਆ। ਉਹਨਾਂ ਵਾਸਤੇ ਜਿਹੜਾ ਇਹ ਵਰਦਾਨ ਆਯੁਰਵੈਦਿਕ ਸੈਂਟਰ 'ਤੇ ਪ੍ਰੋਡਕਟ ਬਣਦੇ ਆ, ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਮੈਡਮ ਜੀ, ਬਹੁਤ ਹੀ ਸਪੈਸ਼ਲ ਪ੍ਰੋਡਕਟ ਬਣਾਇਆ ਹੋਇਆ ਸੀ। ਇਹਦਾ ਨਾਂ ਵੀ ਅਸੀਂ ਰੱਖਿਆ ਗੱਭਰੂ ਪਾਊਡਰ। ਮਤਲਬ ਦੁਬਾਰਾ ਤੋਂ ਇਨਸਾਨ ਨੂੰ ਜਵਾਨ ਕਰ ਦੇਣਾ, ਗੱਭਰੂ ਕਰ ਦੇਣਾ, ਮਤਲਬ ਉਹਦੇ ਅੰਦਰ ਸਰੀਰ ਦੇ ਨਵੀਂ ਜਾਨ ਪਾ ਦੇਣੀ। ਇਹ ਪ੍ਰੋਡਕਟ ਅਸੀਂ ਜਦੋਂ ਦਿੰਦੇ ਹਾਂ, ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਅਸੀਂ ਪਾਈ ਆ ਕੇਸਰ। ਅੱਛਾ ਜੀ, ਪਿਓਰ ਕੇਸਰ। ਉਸ ਤੋਂ ਬਾਅਦ ਇਹਦੇ 'ਚ ਪਾਇਆ ਕੌਂਚ ਬੀਜ। ਕੌਂਚ ਬੀਜ ਜਿਹੜਾ ਹੈਗਾ ਸਾਡੇ ਸੀਮਨ ਨੂੰ ਸਟਰੋਂਗ ਕਰਦਾ, ਜਿਹੜਾ ਕਿ ਨਸ਼ੇ ਕਰ ਕਰਕੇ ਇਨਸਾਨ ਦਾ ਜਮਾਂ ਹੀ ਸੁੱਕ ਜਾਂਦਾ, ਫਿਰ ਉਹਦੇ ਸਰੀਰ 'ਚ ਜਾਨ ਨਹੀਂ ਰਹਿੰਦੀ। ਤੇ ਦੂਜੀ ਚੀਜ਼ ਜਿਹੜੀ ਇਹ 'ਚ ਪਾਈ ਆ ਗੋਖਰੂ। ਗੋਖਰੂ ਜਿਹੜਾ ਤੁਹਾਡੇ ਯੂਰਨ ਸਿਸਟਮ ਨੂੰ ਸਾਫ਼ ਕਰਦਾ। ਫਿਰ ਇਹ 'ਚ ਤਾਲ ਮਖਾਣਾ, ਜਾਇਫਲ, ਜਵਿਤਰੀ। ਜਾਇਫਲ ਜਵਿਤਰੀ ਜਿਹੜੀ ਹੈ ਨਾ ਜੀ, ਉਹ ਮੈਂ ਮੈਡਮ ਤੁਹਾਨੂੰ ਅੱਜ ਜਾਣਕਾਰੀ ਦੇ ਦੇਵਾਂ, ਜਿਹੜੀ ਕਸਤੂਰੀ ਅਸੀਂ ਕਹਿੰਦੇ ਸੀ ਹਿਰਨ ਦੇ ਪੇਟ 'ਚੋਂ ਮਿਲਦੀ ਆ, ਉਹ ਕਸਤੂਰੀ ਦਾ ਵਿਕਲਪ ਹੈ ਜਾਇਫਲ ਔਰ ਜਵਿਤਰੀ। ਇਹਦੀ ਇੰਨੀ ਪਾਵਰ ਹੈ ਇਸ ਚੀਜ਼ ਦੇ ਵਿੱਚ। ਔਰ ਤੁਸੀਂ ਆਮ ਮਸਾਲਿਆਂ 'ਚ ਯੂਜ਼ ਕਰਦੇ ਹੋਣੇ ਆ। ਫਿਰ ਇਹਦੇ ਵਿੱਚ ਅਸ਼ਵਗੰਧ ਹੈ, ਔਰ ਉਸ ਤੋਂ ਬਾਅਦ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨੁਸਖੇ ਜਿਹੜੇ ਅਸੀਂ ਉੱਪਰ ਬਕਾਇਦਾ ਲਿਖੇ ਹੋਏ ਨੇ। ਹੁਣ ਜਿਹੜਾ ਸਮਾਂ ਅਸੀਂ ਉਹਦਾ ਵੀ ਧਿਆਨ ਰੱਖਣਾ ਕਿ ਅਸੀਂ ਨੁਸਖੇ ਜਿਹੜੇ ਨੇ ਇਹਦੇ 'ਤੇ ਬਕਾਇਦਾ ਲਿਖੇ ਨੇ। ਤੁਸੀਂ ਗੂਗਲ 'ਤੇ ਜਾਇਓ, ਵੈਦਬਾਨ ਲਿਖ ਕੇ ਉਹਦੇ ਬਾਅਦ ਗੱਭਰੂ ਚੂਰਨ ਲਿਖੋ, ਗੱਭਰੂ ਡਾਈਟ ਲਿਖੋ, ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਬਾਡੀ ਦੇ ਵਿੱਚ ਨਸ਼ੇ ਦੀ ਜ਼ਰੂਰਤ ਹੀ ਨਹੀਂ ਹੈ। ਜਦੋਂ ਤੁਸੀਂ ਇਹ 2-3 ਡੱਬੇ ਬਾਡੀ 'ਚ ਲੈ ਗਏ ਤਾਂ ਉਸ ਤੋਂ ਬਾਅਦ ਇਹਦੀ ਬਿਲਕੁਲ ਜ਼ਰੂਰਤ ਨਹੀਂ ਪੈਣੀ। ਔਰ ਜਿਹੜੇ ਲੋਕੀ ਨਸ਼ੇ ਕਰਦੇ ਆ ਨਾ ਮੈਡਮ, ਉਹਨਾਂ ਦੇ ਸਰੀਰ ਬਿਲਕੁਲ ਖਤਮ ਹੋ ਜਾਂਦੇ ਆ, ਕਮਜ਼ੋਰ ਹੋ ਜਾਂਦੇ ਆ, ਉਹਨਾਂ ਨੂੰ ਤਾਕਤ ਦੀ ਲੋੜ ਹੈ। ਤੇ ਉਹਦੇ ਵਾਸਤੇ ਇੱਕ ਇਹ ਤੇਲ ਬਣਾਇਆ ਹੋਇਆ, ਇਹ ਐਕਚੁਅਲੀ ਮਸਟਰਡ ਆਇਲ ਹੈ ਜੀ। ਇਹਨੂੰ ਅਸੀਂ ਕੀ ਕਰਦੇ ਹਾਂ, ਸਰੋਂ ਨੂੰ ਸਭ ਤੋਂ ਪਹਿਲਾਂ ਸਰੋਂ ਦੀ ਥੈਲੀਆਂ ਬਣਾ ਕੇ 2-2 4-4 ਕਿਲੋ ਦੀਆਂ ਕੱਪੜੇ ਦੀਆਂ, ਉਹਨੂੰ ਅਸੀਂ ਕਸਟਰਾਇਲ ਦੇ ਵਿੱਚ ਡੁਬੋ ਦਿੰਦੇ ਹਾਂ। ਅੱਛਾ, ਜਿਹੜਾ ਕਿ ਅਰਿੰਡ ਦਾ ਤੇਲ ਆ, ਉਹਦੇ ਵਿੱਚ ਡੁਬੋ ਦਿੰਦੇ ਆ। ਉਸ ਤੋਂ ਬਾਅਦ ਫਿਰ ਉਹਦੇ ਵਿੱਚ ਅਸੀਂ ਅੱਕ ਦਾ ਦੁੱਧ ਗੇਰਦੇ ਹਾਂ 10-12 ਦਿਨ ਬਾਅਦ। ਫਿਰ ਉਹ ਜਿਹੜੀ ਸਰੋਂ ਆ ਫੁੱਲ ਜਾਂਦੀ ਆ, ਉਹ ਸਾਰੀਆਂ ਚੀਜ਼ਾਂ ਅਬਜ਼ੌਰਬ ਕਰਦੀ ਆ। ਫਿਰ ਜਿਵੇਂ ਆਪਾਂ ਪੁਰਾਣੇ ਜ਼ਮਾਨੇ 'ਚ ਮੰਜਿਆਂ 'ਤੇ ਵਿਛਾ ਕੇ ਕਣਕ, ਹੁਣ ਤਾਂ ਸੁਪਨੇ ਰਹਿ ਗਏ, ਕਣਕ ਸੁਕਾਉਂਦੇ ਸੀ, ਫਿਰ ਜਾ ਕੇ ਉੱਥੋਂ ਪਿਸਾਉਂਦੇ ਸੀ ਚੱਕੀ ਤੋਂ। ਉਸ ਤਰ੍ਹਾਂ ਫਿਰ ਉਹ ਸਰੋਂ ਨੂੰ ਖੋਲ ਕੇ ਡਰਾਈ ਕਰਕੇ ਫਿਰ ਉਹਨੂੰ ਦੁਬਾਰਾ ਤੋਂ ਉਹ ਮਤਲਬ ਕਿ ਉਹਦਾ ਤੇਲ ਕੱਢਿਆ ਜਾਂਦਾ। ਔਰ ਇਸ ਤੇਲ ਦਾ ਰੰਗ ਰੂਪ ਹੀ ਅਲੱਗ ਹੈ, ਇਹ ਉਹ ਤੇਲ ਨਹੀਂ ਹੁੰਦਾ। ਤੇ ਇਹ ਤੇਲ ਦੀ ਫਿਰ ਅਸੀਂ ਉਹਨੂੰ ਕਹਿੰਦੇ ਆ, ਜੋ ਵੀ ਇਨਸਾਨ ਨਸ਼ੇ ਦੀ ਦਲਦਲ 'ਚ ਫਸਿਆ, ਕਿ ਇਹਦੇ ਪੈਰਾਂ ਨੂੰ, ਹੱਥਾਂ ਨੂੰ, ਇਹਦੇ ਨੱਕ ਦੇ ਵਿੱਚ, ਕੰਨ ਦੇ ਵਿੱਚ ਇਹਦੇ ਤੇਲ ਦੀਆਂ ਥੋੜ੍ਹੇ ਜਿਹੜੇ ਹੈਗੇ ਉਹਨੂੰ ਰਬਿੰਗ ਦਿਓ, ਉਹਦੀ ਮਸਾਜ ਕਰੋ। ਔਰ ਇੱਕ ਚੀਜ਼ ਵੱਡੀ ਹੈ ਕਿ ਜਿਹੜੇ ਪੇਰੈਂਟਸ ਜਾਂ ਪਰਿਵਾਰ ਵਾਲੇ ਇਹ ਗੱਲ ਬੋਲਦੇ ਆ ਕਿ ਤੂੰ ਕਿਉਂ ਸਾਡੇ ਘਰ 'ਚ ਜੰਮ ਪਿਆ, ਜੇ ਮੈਨੂੰ ਪਤਾ ਹੁੰਦਾ ਤੂੰ ਨਸ਼ਿਆਂ 'ਚ ਪੈ ਜਾਣਾ, ਤੂੰ ਸਾਡੇ ਆਪਣੇ ਬਾਪ ਦੀ ਨੱਕ ਵੜਾ ਦੇਣੀ ਆ, ਤੇਰਾ ਮੈਂ ਜੰਮਦੀ ਦਾ ਗਲਾ ਨਾ ਘੁੱਟ ਦਿੰਦੀ। ਇਹ ਗੱਲਾਂ ਜਿਹੜੀਆਂ ਨੇ ਇਹ ਉਹਨੂੰ ਉਲਟਾ ਟੌਰਚਰ ਕਰਦੀਆਂ ਨੇ, ਕਿਉਂਕਿ ਉਹਦੇ ਵਿਚਾਰਾ ਬਿਮਾਰ ਹੋ ਗਿਆ। ਬਿਲਕੁਲ, ਉਹ ਪਹਿਲਾਂ ਤਾਂ ਉਹਨੇ ਜ਼ਰੂਰ ਨਸ਼ਾ ਗਲਤੀ ਕਰ ਲਈ, ਅਗਰ ਤੁਸੀਂ ਉਸੇ ਦਿਨ ਉਹਨੂੰ ਜਰਾ ਡਾਂਟ ਦਿੰਦੇ ਘਰੇ ਆਏ ਨੂੰ ਤਾਂ ਉਹਦੀ ਹਿੰਮਤ ਨਹੀਂ ਪੈਣੀ ਸੀ। ਉਸ ਦਿਨ ਤਾਂ ਕਹਿੰਦੇ ਨੇ ਮੁੰਡਾ ਸਾਡਾ ਜਵਾਨ ਹੋ ਗਿਆ ਹੁਣ ਬਈ, ਬੜਾ ਤੌ ਦਿੰਦਾ ਮੁੱਛਾਂ ਨੂੰ। ਤੇ ਜਦੋਂ ਵਿਚਾਰਾ ਫਸ ਗਿਆ ਤੇ ਉਹਨੂੰ ਉਲਟੀਆਂ ਲਾਹਨਤਾਂ ਪੈਂਦੀਆਂ ਨੇ। ਉਹਨੂੰ ਇਹ ਸਮਝੋ ਕਿ ਜਿਵੇਂ ਕਿਸੇ ਡਾਕਟਰ ਨੇ ਕਿਸੇ ਮਰੀਜ਼ ਨੂੰ ਕਹਿ ਦਿੱਤਾ ਕਿ ਇਹਨੂੰ ਤਾਂ ਕੈਂਸਰ ਹੋ ਗਿਆ, ਤਾਂ ਤੁਸੀਂ ਉਹਦੇ ਲਈ ਕਿੰਨੀਆਂ ਦੁਆਵਾਂ ਕਰਦੇ ਹੋ, ਗੁਰਦੁਆਰੇ ਮੰਦਰਾਂ 'ਚ ਫਿਰਦੇ ਹੋ, ਸਾਰੇ ਰਿਸ਼ਤੇਦਾਰ ਦੁਆਵਾਂ ਕਰਦੇ ਆ। ਤੇ ਇਸੇ ਤਰ੍ਹਾਂ ਉਹ ਵੀ ਤੇ ਇੱਕ ਬਿਮਾਰ ਹੋ ਗਿਆ ਨਾ, ਉਹਦੇ ਦਿਮਾਗ ਦੇ ਵਿੱਚ ਇੱਕ ਦੀਮਕ ਲੱਗ ਗਿਆ ਨਾ। ਤਾਂ ਉਹਨੂੰ ਬਚਾਉਣ ਲਈ ਜਦੋਂ ਅਸੀਂ ਉਹਦੇ ਵੱਲ ਵਧਾਂਗੇ, ਅਸੀਂ ਉਹਨੂੰ ਪਿਆਰ ਦੇਵਾਂਗੇ, ਤਾਂ ਹੀ ਉਹ ਛੱਡੇਗਾ। ਅਸੀਂ ਉਹਨੂੰ ਸਾਰਾ ਦਿਨ ਲਾਹਨਤਾਂ ਪਾਉਂਦੇ ਹਾਂ, ਫਿਰ ਉਹਨੂੰ ਲੱਗਦਾ ਵੀ ਇਹ ਤਾਂ ਮੇਰੇ ਹੈ ਨਹੀਂ, ਉਹ ਫਿਰ ਘਰੋਂ ਚੱਕ ਸਮਾਨ ਵੀ ਵੇਚ ਦਿੰਦਾ ਵੀ ਇਹ ਸਮਾਨ ਕਿਹੜਾ ਫਿਰ ਮੇਰਾ। ਤਾਂ ਉਹ ਉਲਟਾ ਦਿਨੋਂ ਦਿਨ ਇਹ ਜਿਹੜੀ ਕਾਉਂਸਲਿੰਗ ਆ ਨਾ ਮੈਡਮ, ਇਹ ਮੈਂ ਉਸ ਪੇਸ਼ੈਂਟ ਦੀ ਕਦੀ ਨਹੀਂ ਕਰਦਾ, ਨਸ਼ਾ ਕਰਨ ਵਾਲੇ ਦੀ, ਮੈਂ ਉਹਦੇ ਪਰਿਵਾਰ ਦੀ ਕਰਦਾ। ਮੇਰੇ ਨਾਲ ਸੋਫੇ 'ਤੇ ਸਾਰਾ ਪਰਿਵਾਰ ਬੈਠਾ ਹੁੰਦਾ। ਜਦੋਂ ਫਿਰ ਮੈਂ ਪਰਿਵਾਰ ਦੀ ਕਾਉਂਸਲਿੰਗ ਕਰਦਾ, ਫਿਰ ਉਹਨੂੰ ਇਕੱਲੇ ਨੂੰ ਬਿਠਾਉਣਾ, ਫਿਰ ਉਹ ਇਕੱਲਾ ਬੈਠ ਕੇ ਨਾ ਜੀ ਉਹ ਗੱਲਾਂ ਦੱਸ ਕੇ ਜਾਂਦਾ ਹੈ ਪਰਿਵਾਰ ਦੀਆਂ।
ਤੇ ਫਿਰ ਉਹਦੇ ਪਰਿਵਾਰ ਨੂੰ ਮੈਂ ਦੱਸਦਾ ਵੀ ਇੱਥੇ ਫਸਿਆ ਹੈ ਤੁਹਾਡਾ ਬੱਚਾ, ਨਸ਼ਾ ਇਦਾਂ ਛੱਡੂਗਾ। ਜਦੋਂ ਫਿਰ ਉਹ ਕਹਿੰਦਾ ਗੋਇਲ ਸਾਹਿਬ ਮੈਨੂੰ ਤੁਸੀਂ ਦੱਸੋ ਕਿਵੇਂ ਕਰਦੇ ਹੋ, ਮੈਂ ਨਸ਼ਾ ਛੱਡਣ ਨੂੰ ਤਿਆਰ ਹਾਂ ਪਰ ਇਹਨਾਂ ਨੂੰ ਸਿੱਧੇ ਕਰੋ, ਉਹ ਇਦਾਂ ਬੋਲਦਾ ਹੁੰਦਾ। ਮੈਂ ਕਹਿੰਦਾ ਵੀ ਮੈਂ ਕੋਈ ਸਿੱਧਾ ਕਰਨ ਵਾਲਾ ਨਹੀਂ, ਇਹ ਆਪੇ ਹੀ ਸਿੱਧੇ ਨੇ, ਤੂੰ ਅੱਜ ਹੀ ਛੱਡ, ਤੂੰ ਮਨ ਬਣਾ, ਤੈਨੂੰ ਸਾਡੀ ਜਿਹੜੀ ਦਵਾਈ ਆ ਪਹਿਲੇ ਦਿਨ ਤੋਂ ਜੇ ਇੰਨੀ ਕੁ ਵੀ ਤੋੜ ਲੱਗ ਜੇ, ਤਕਲੀਫ ਹੋ ਜੇ, ਤੈਨੂੰ ਨਸ਼ਾ ਛੱਡਣ 'ਚ ਕੋਈ ਦਿੱਕਤ ਆ ਜੇ ਤਾਂ ਉਹ ਸਾਡੀ ਜ਼ਿੰਮੇਵਾਰੀ ਹੈ। ਜੇ ਤੂੰ ਮੈਨੂੰ ਕਹੋਗੀ ਗੋਇਲ ਸਾਹਿਬ ਨਸ਼ਾ ਛੁੱਟ ਜੂ, ਗਰੰਟੀ ਹੈ, ਮੈਂ ਕਹੂੰਗਾ ਨਹੀਂ, ਇਹਦੀ ਗਰੰਟੀ ਤੂੰ ਲੈਣੀ ਆ। ਮੈਂ ਗਰੰਟੀ ਇਸ ਗੱਲ ਦੀ ਲੈਣੀ ਹੈ ਕਿ ਦਵਾਈ ਪਿਓਰ ਆਯੁਰਵੈਦਿਕ ਹੈ, ਜਿੱਥੇ ਮਰਜ਼ੀ ਚੈੱਕ ਕਰਾ ਲਓ ਇਹਨੂੰ। ਤੇ ਦੂਜੀ ਚੀਜ਼, ਦਵਾਈ ਦੇ ਵਿੱਚ ਕੋਈ ਨਸ਼ਾ ਨਹੀਂ ਹੈ, ਜਿੱਥੇ ਮਰਜ਼ੀ ਇਹ ਟੈਸਟਿੰਗ ਹੁੰਦੀ ਰਹਿੰਦੀ ਹੈ। ਤੇ ਤੀਸਰੀ ਚੀਜ਼ ਜਿਹੜੀ ਹੈ ਸਭ ਤੋਂ ਵੱਡੀ, ਉਹ ਤੈਨੂੰ ਨਾ ਕੋਈ ਤੋੜ ਲੱਗਣੀ, ਨਾ ਤੈਨੂੰ ਕੋਈ ਨੀਂਦ ਆਉਣ ਦੀ ਪ੍ਰੋਬਲਮ ਨਹੀਂ ਆਉਣੀ ਕਿ ਮੈਨੂੰ ਨੀਂਦ ਨਹੀਂ ਆਉਂਦੀ, ਨਾ ਹੀ ਤੈਨੂੰ ਕੋਈ ਤੇਰੇ ਮੈਰਿਡ ਲਾਈਫ ਦੇ ਵਿੱਚ ਕੋਈ ਦਿੱਕਤ ਆਵੇ। ਤਾਂ ਤੇਰੀ ਜਿਹੜੀ ਹਰ ਪਾਸਿਓਂ ਲਾਈਫ ਜਿਹੜੀ ਆ ਉਹ ਸਮੂਥ ਹੋ ਜਾਣੀ ਆ। ਤਾਂ ਨਸ਼ਾ ਛੱਡਣ ਦੇ ਵਿੱਚ ਤੈਨੂੰ ਦਿੱਕਤ ਨਹੀਂ, ਪਹਿਲੇ ਦਿਨ ਤੋਂ ਤੇਰਾ ਨਸ਼ਾ ਬੰਦ ਕਰਾ ਦੇਣਾ ਔਰ ਤੇਰੀ ਵੱਧ ਤੋਂ ਵੱਧ 40-45 ਦਿਨ 'ਚ ਇਹ ਦਵਾਈ ਬੰਦ ਹੋ ਜਾਣੀ ਆ। ਇਸ ਤਰ੍ਹਾਂ ਕਰਕੇ ਉਹਦਾ ਨਸ਼ਾ ਛੁੱਟ ਜਾਂਦਾ। ਤੇ ਪੂਰੇ ਪਰਿਵਾਰ ਮੈਡਮ ਅੱਜ 3.5 ਲੱਖ ਤੋਂ ਉੱਪਰ ਪਰਿਵਾਰ ਨੇ ਜਿਹੜੇ ਮੇਰੇ ਨਾਲ ਇਨ ਟੱਚ ਨੇ, ਜਿਨ੍ਹਾਂ ਨੂੰ ਅਸੀਂ ਨਸ਼ਾ ਛਡਾਉਣ 'ਚ ਕਾਮਯਾਬੀ ਹਾਸਲ ਕੀਤੀ ਹੈ। ਔਰ ਇਸ ਟਾਈਮ 4000 ਤੋਂ ਵੱਧ ਪੰਜਾਬ ਦੇ ਵਿੱਚ ਮੁੰਡੇ, ਜਿਹੜੇ ਯੰਗ ਮੁੰਡੇ ਜਿਨ੍ਹਾਂ ਨੇ ਨਸ਼ੇ ਛੱਡੇ ਨੇ ਮੈਡਮ, ਉਹ ਮੇਰੇ ਵਲੰਟੀਅਰ ਦੀ ਤਰ੍ਹਾਂ ਕੰਮ ਕਰਦੇ ਆ ਔਰ ਕਹਿ ਦਿੰਦੇ ਆ ਵੀ ਗੋਇਲ ਸਾਹਿਬ ਜਿੱਥੇ ਕਹੋਗੇ ਉੱਥੇ ਖੜੇ ਹੋ ਜਾਵਾਂਗੇ, ਜਿੱਦਾਂ ਤੁਸੀਂ ਕਹੋਗੇ ਉੱਦਾਂ ਕਰਾਂਗੇ। ਕਿਉਂਕਿ ਉਹਨਾਂ ਨੂੰ ਮਤਲਬ ਅਸੀਂ ਇਕੱਲੇ ਨਸ਼ੇ ਹੀ ਨਹੀਂ ਛਡਾਏ ਜੀ, ਨਾਲ ਰੁਜ਼ਗਾਰ ਵੀ ਦਿੱਤਾ। ਉਹ ਪਹਿਲਾਂ ਨਸ਼ੇ ਵੇਚ ਕੇ ਆਪਦਾ ਗੁਜ਼ਾਰਾ ਕਰਦੇ ਸੀ, ਹੁਣ ਉਹ ਮੇਰੀ ਦਵਾਈ ਵੇਚ ਲੈਂਦੇ ਆ ਆਪਣੇ ਆਪਸ ਦੇ ਵਿੱਚ ਲਿਜਾ ਕੇ ਇੱਕ ਦੂਜੇ ਨੂੰ, ਕਿ ਮਤਲਬ ਯਾਰ ਇਹਦੇ ਨਾਲ ਮੈਂ ਛੱਡਿਆ ਤਾਂ ਤੂੰ ਵੀ ਛੱਡ। ਮਤਲਬ ਇੱਕ ਦੂਜੇ ਦੀ ਹੁਣ ਉਹ ਹੈਲਪ ਹੋਣ ਲੱਗ ਗਈ ਕਿ ਜਿੱਥੇ ਉਹ ਨਸ਼ਾ ਆਦਾਨ ਪ੍ਰਦਾਨ ਕਰਦੇ ਸੀ, ਹੁਣ ਉਹ ਮੈਡੀਸਨ ਦੇ ਥਰੂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ। ਇਹ ਇੱਕ ਬਹੁਤ ਵੱਡਾ ਬਾਬਾ ਜੀ ਦਾ ਆਸ਼ੀਰਵਾਦ ਸਾਡੇ ਤੇ ਹੈਗਾ, ਮਿਲਿਆ ਸਾਨੂੰ, ਔਰ ਅਸੀਂ ਉਹਦਾ ਸ਼ੁਕਰਾਨਾ ਕਰਦੇ ਹਾਂ। ਦੁਨੀਆ ਦੇ ਵਿੱਚ ਜਿਹੜਾ ਵੀ ਆਇਆ ਉਹਨੇ ਜਾਣਾ, ਨਸ਼ੇ ਵੇਚਣ ਵਾਲਿਆਂ ਨੇ ਵੀ ਜਾਣਾ, ਸਾਡੇ ਵਰਗਿਆਂ ਨੇ ਛੁਡਾਉਣ ਵਾਲਿਆਂ ਨੇ ਵੀ ਜਾਣਾ, ਤੁਹਾਡੇ ਵਰਗਿਆਂ ਨੇ ਕਰਨ ਵਾਲਿਆਂ ਨੇ ਵੀ ਜਾਣਾ। ਜ਼ਿੰਦਗੀ ਬਹੁਤ ਖੂਬਸੂਰਤ ਹੈ ਦੋਸਤੋ, ਅਗਰ ਇਹਨੂੰ ਚੰਗੀ ਤਰ੍ਹਾਂ ਜਿਉਣਾ ਚਾਹੁੰਦੇ ਹੋ ਤਾਂ ਇੱਕ ਵਾਰ ਡਿਸੀਜ਼ਨ ਲੈਣ ਦੀ ਲੋੜ ਹੈ। ਇੱਕ ਵਾਰ ਡਿਸੀਜ਼ਨ ਲੈ ਲਓ ਵੀ ਅੱਜ ਤੋਂ ਨਸ਼ਾ ਨਹੀਂ ਕਰਨਾ। ਕੋਈ ਇਹੋ ਜਿਹਾ ਇਨਸਾਨ ਨਹੀਂ ਜਿਹੜਾ ਡਿਸੀਜ਼ਨ ਲੈਣ ਤੋਂ ਬਾਅਦ ਕੋਈ ਉਹਨੂੰ ਪ੍ਰੋਬਲਮ ਆਈ ਹੋਵੇ, ਜਾਂ ਕਹਿ ਦਿੰਦੇ ਨੇ ਕਈ ਵੀ ਮੇਰੀ ਲੱਤ ਖੜ ਗਈ, ਬਾਂਹ ਖੜ ਗਈ, ਜੇ ਇਹੋ ਜਿਹਾ ਕੁਝ ਹੋਇਆ ਹੁੰਦਾ ਫਿਰ ਮੇਰੇ ਵਾਲੇ ਦਲ ਤਾਂ ਬਹੁਤ ਲੰਗੜੇ ਪਿੰਗਲੇ ਹੀ ਫਿਰਦੇ ਹੁੰਦੇ, ਕਿਉਂਕਿ ਇੰਨੇ ਲੋਕ ਛੁਡਾਏ ਨੇ। ਕੁਛ ਨਹੀਂ ਹੁੰਦਾ, ਬਿਲਕੁਲ ਬੋਝ ਨਾ ਪਾਓ ਤੁਮ। ਬਿਲਕੁਲ, ਬਹੁਤ ਹੀ ਅੱਛੀ ਗੱਲ ਕੀਤੀ ਤੁਸੀਂ ਡਾਕਟਰ ਸਾਹਿਬ। ਤੁਸੀਂ ਦਵਾਈਆਂ ਦੇ ਨਾਲ ਜਿਹੜਾ ਉਹਨਾਂ ਦੇ ਵਿਚਾਰ ਚੇਂਜ ਕਰਦੇ ਹੋ, ਉਹਨਾਂ ਨੂੰ ਸਬੁੱਧੀ ਦਿੰਦੇ ਹੋ, ਉਹ ਬਹੁਤ ਵੱਡੀ ਗੱਲ ਹੈ। ਕਿਉਂਕਿ ਜਿਹੜੇ ਹੁੰਦੇ ਨੇ, ਜਿਹੜੇ ਦਵਾਈ ਦਿੰਦੇ ਆ, ਉਹ ਕਦੀ ਵੀ ਉਹ ਚਾਹੁੰਦੇ ਕਿ ਉਹਨਾਂ ਦੀ ਅੱਗੇ ਦਵਾਈ ਵਿਕਦੀ ਰਹੇ, ਤਾਂ ਮਤਲਬ ਉਹ ਚਾਹੇ ਸਾਲਾਂ ਤੱਕ ਉਹੀ ਨਸ਼ੇ 'ਚ ਹੀ ਰਹਿਣ। ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸਦਾ ਮੈਡਮ, ਮੈਂ ਪਹਿਲਾ ਐਸਾ ਇਨਸਾਨ ਹੋਊਗਾ ਕਿ ਜਿਹੜਾ ਇਹ ਗੱਲ ਕਹਿੰਦਾ ਕਿ ਜੋ ਇਨਸਾਨ ਇਹ ਕਹਿੰਦਾ ਵੀ ਮੈਂ ਨਸ਼ਾ ਨਹੀਂ ਛੱਡਦਾ, ਮੈਂ ਪਰਿਵਾਰ ਨੂੰ ਛੱਡ ਦੂੰ, ਮੈਂ ਤੁਹਾਨੂੰ ਛੱਡ ਦੂੰ। ਔਰ ਮੈਂ ਇਹ ਕਹਿੰਦਾ ਹੁੰਦਾ, ਉਸ ਬਾਬਾ ਜੀ ਤੋਂ ਡਰ ਕੇ ਗੱਲ ਕਰਦਾ ਹੁੰਦਾ ਕਿ ਮੇਰੇ ਨਾਲ ਉਸ ਇਨਸਾਨ ਨੂੰ 15 ਮਿੰਟ ਬਿਠਾ ਦਿਓ ਮੇਰੇ ਕੈਬਿਨ 'ਚ, 15 ਮਿੰਟ ਬਾਅਦ ਉਹ ਇਨਸਾਨ ਕਹੂਗਾ ਮੈਂ ਨਸ਼ਾ ਛੱਡੂੰਗਾ। ਵਾਹ, ਬਹੁਤ ਅੱਛੀ ਗੱਲ। ਇਹ ਇੱਕ ਮਤਲਬ ਕਿ ਉਹਨੂੰ ਸਮਝਾਉਣ ਦੀ, ਪੜ੍ਹਾਉਣ ਦੀ, ਜਾਂ ਉਹਨੂੰ ਸਮਝਣ ਦੀ ਲੋੜ ਹੈ। ਹਰ ਬੰਦਾ ਦੇਖੋ ਮੈਡਮ ਫਸਿਆ ਹੋਇਆ, ਜਿਵੇਂ ਪੰਜਾਬੀ ਦੀ ਕਹਾਵਤ ਹੈ ਵੀ ਬਾੜ 'ਚ ਫਸਿਆ ਬਿੱਲਾ ਕੀ ਕਰੇ। ਉਹ ਫਸਿਆ ਹੋਇਆ, ਉਹਦੀ ਗਰਦਨ ਨੱਪੀ ਪਈ ਆ, ਉਹਦਾ ਕੋਈ ਉਹਨੂੰ ਲੱਭਦਾ ਹੀ ਨਹੀਂ ਰਸਤਾ। ਔਰ ਮੈਂ ਇਹ ਗੱਲ ਪੂਰੇ ਵਿਸ਼ਵਾਸ ਨਾਲ ਕਹਿ ਦਿੰਦਾ ਹੁੰਦਾ ਕਿ ਮੇਰੇ ਨਾਲ 15-20 ਮਿੰਟ ਬਿਠਾ ਦਿਓ, ਉਸ ਤੋਂ ਬਾਅਦ ਤੁਹਾਡਾ ਬੱਚਾ ਕਹੂਗਾ ਮੈਂ ਨਸ਼ਾ ਛੱਡਣਾ। ਔਰ ਇਸੇ ਤਰ੍ਹਾਂ ਅਸੀਂ ਕਾਮਯਾਬ ਹੋਏ ਹਾਂ ਨਸ਼ੇ ਛਡਾਉਣ 'ਚ। ਬਾਕੀ ਰਹੀ ਗੱਲ ਜਿਹੜੀ ਸ਼ਰਾਬ ਛਡਾਉਣ ਦੀ ਹੈ, ਸਿਰਫ ਇੱਕ ਐਸਾ ਨਸ਼ਾ ਸ਼ਰਾਬ ਹੈ ਜਿਹਨੂੰ ਸਿਰਫ ਬਿਨਾਂ ਦੱਸੇ ਛੁਡਾਇਆ ਜਾ ਸਕਦਾ ਹੈ। ਬਾਕੀ ਹੋਰ ਕੋਈ ਨਸ਼ਾ ਐਸਾ ਨਹੀਂ ਹੈ ਜਿਹੜਾ ਬਿਨਾਂ ਦੱਸੇ ਛੁਡਾਇਆ ਜਾ ਸਕੇ। ਉਹਦੇ ਲਈ ਅਸੀਂ ਹਮੇਸ਼ਾ ਤਾਂ ਹੀ ਕਹਿੰਦੇ ਰਹਿੰਦੇ ਹਾਂ ਕਿ ਕੋਈ ਵੀ ਨਸ਼ਾ ਕਰਦਾ, ਕਿਸੇ ਤਰ੍ਹਾਂ ਦਾ ਵੀ ਨਸ਼ਾ ਕਰਦਾ, ਅਗਰ ਛੱਡਣਾ ਚਾਹੁੰਦੇ ਹੋ ਤਾਂ ਪੱਕਾ ਮਨ ਬਣਾ ਕੇ ਸੰਪਰਕ ਕਰੋ, ਔਰ ਉਹ ਵੀ ਬਿਨਾਂ ਤੋੜ, ਬਿਨਾਂ ਤਕਲੀਫ, ਘਰ ਬੈਠੇ ਬਿਠਾਏ, ਕੋਈ ਟੈਨਸ਼ਨ ਨਹੀਂ। ਐ ਨਸ਼ਾ ਛੁੱਟ ਜਾਣਾ ਜਿਵੇਂ ਬੁਖਾਰ ਆਇਆ ਸੀ ਉਤਰ ਗਿਆ। ਬਿਲਕੁਲ, ਬਹੁਤ ਹੀ ਸੋਹਣੀ ਗੱਲ ਕੀਤੀ ਹੈ ਤੁਸੀਂ। ਤੇ ਮੈਨੂੰ ਪੂਰਾ ਯਕੀਨ ਹੈ ਕਿ ਜਦੋਂ ਲੋਕ ਇਹ ਇੰਟਰਵਿਊ ਦੇਖਣਗੇ ਤੇ ਉਹ ਜ਼ਰੂਰ ਕੋਸ਼ਿਸ਼ ਕਰਨਗੇ ਕਿ ਨਸ਼ਾ ਛੁੱਟੇ, ਔਰ ਆਪਣੇ ਬੱਚਿਆਂ ਦੀ ਵੀ ਹੈਲਪ ਕਰਨਗੇ, ਔਰ ਉਹਨਾਂ ਨੂੰ, ਬੱਚਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਕਿ ਇਹ ਵੀ ਇੱਕ ਤਰ੍ਹਾਂ ਦੀ ਬਿਮਾਰੀ ਹੈ ਜਿਹੜੀ ਅਸੀਂ ਆਪਾਂ ਬੱਚੇ ਤੋਂ ਦੂਰ ਕਰਨੀ ਹੈ। ਉਹ ਕੋਈ ਮਤਲਬ ਤੁਹਾਡਾ ਬੁਰਾ ਨਹੀਂ ਚਾਹੁੰਦੇ, ਤੇ ਇਸ ਕਰਕੇ ਤੁਸੀਂ ਜ਼ਰੂਰ ਜੀ ਸੰਪਰਕ ਕਰੋ ਗੋਇਲ ਸਾਹਿਬ ਦੇ ਨਾਲ। ਮੈਨੂੰ ਪੂਰਾ ਯਕੀਨ ਹੈ ਕਿ ਇਹ ਪ੍ਰੋਗਰਾਮ ਦੇਖਣ ਤੋਂ ਬਾਅਦ ਤੁਸੀਂ ਨਸ਼ਾ ਛੱਡਣ ਵਿੱਚ ਜ਼ਰੂਰ ਕਾਮਯਾਬ ਹੋਵੋਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।